नमस्कार, मैं उर्वशी और आज जो डावाली केसरी की टीम है वो पहुंची है जहां पर किसानों ने धरना प्रदर्शन दिया हुआ है। जैसे कि आप जानते हैं कि आज उन्होंने डावाली के अंदर इजी डे ट्रेंड्स जैसे कि आप जानते हैं कि उन्होंने ये संकल्प लिया है कि वो जो जियो रिलायंस जो टावर है उसे बंद करवाएंगे और मोदी सरकार ने अगर इन 3 कानूनों को रद्द नहीं किया है तो वो क्या इस तरह से प्रदर्शन करेंगे। जैसे कि आप देख सकते हैं कितनी ठंड हो चुकी है, कितनी हवा चल रही है, लेकिन सब लोग जो यहाँ पर हैं वो इस तरह से प्रदर्शन कर रहे हैं। और आइए इसी बात की और जानकारी के लिए आज हम बात करते हैं एसपी सिंह मसीता जो कि हरियाणा किसान एकता के मुख्य सदस्य हैं। नमस्कार सर। सर अगर आज की जो 7वें दौर की जो वार्ता है, अगर मोदी जी इन्हें कानूनों को रद्द नहीं करते हैं तो आगे की आपकी क्या नीति होगी? देखो जी, ਅੱਗੇ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਊਗਾ। ਸਾਡੀਆਂ ਜਥੇਬੰਦੀਆਂ ਨਾਲ ਬੈਠ ਕੇ ਮੀਟਿੰਗ ਕਰਕੇ ਅੱਗੇ ਦੀਆਂ ਰਣਨੀਤੀਆਂ ਤਿਆਰ ਕਰਕੇ ਇਸ ਅੰਦੋਲਨ ਨੂੰ ਹੋਰ ਵੀ ਤੇਜ਼ ਕਰਾਂਗੇ ਤੇ ਵੱਡਾ ਰੂਪ ਦੇਵਾਂਗੇ। ਜਿਵੇਂ ਕਿ ਨਵਾਂ ਸਾਲ ਵੀ ਚੜ ਜੂਗਾ ਤਾਂ ਜਿੰਨਾ ਕਾਫਲਾ ਉੱਥੇ ਪਹਿਲਾਂ ਬੈਠਾ ਵੱਡੀ ਗਿਣਤੀ ਦੇ ਵਿੱਚ ਸਾਰੇ ਹੁਣ ਕੰਮਕਾਰ ਵਾਲੇ ਲੋਕ ਵੀ ਜਿਹੜੇ ਮਤਲਬ ਦੁਕਾਨਦਾਰਾਂ ਤੱਕ ਵੀ ਉਹਦੇ ਵਿੱਚ ਸ਼ਾਮਲ ਹੋਣਗੇ। ਉਹ ਵੱਡੇ ਰੂਪ ਦੇ ਵਿੱਚ ਦਿੱਲੀ ਚੱਲਣਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਕਿ ਤੁਸੀਂ ट्रेंड्स ਨੂੰ ਬੰਦ ਕੀਤਾ ਹੈ, ਈਜ਼ੀ ਡੇ ਨੂੰ ਬੰਦ ਕੀਤਾ ਹੈ, ਕਿੰਨੇ ਟਾਈਮ ਤੱਕ ਇਹ ਬੰਦ ਰਹਿਣਗੇ? ਦੇਖੋ ਜੀ, ਇਹ ਜਿਹੜਾ ਈਜ਼ੀ ਡੇ ਤੇ ਰਿਲਾਇੰਸ ਦੇ ਟ੍ਰੈਂਡਸ ਦੀ ਆਪਾਂ ਗੱਲ ਕਰੀਏ, ਇਹ ਵੀ ਉਹਨਾਂ ਕਾਰਪੋਰੇਟ ਘਰਾਣਿਆਂ ਦਾ ਹੀ ਆ ਜਿਨ੍ਹਾਂ ਨੂੰ ਸਰਕਾਰ ਅੱਜ ਸਾਡੇ ਤੇ ਲਾਗੂ ਕਰ ਰਹੀ ਹੈ ਕਾਨੂੰਨ। ਜਿਨ੍ਹਾਂ ਦੇ ਉਹ ਪੂੰਜੀਪਤੀ ਘਰਾਣੇ ਸਾਨੂੰ ਇਹ ਛੋਟੀਆਂ ਦੁਕਾਨਾਂ ਨਾਲ ਵੀ ਇੱਥੋਂ ਲੁੱਟ ਰਹੇ ਨੇ, ਜਿਹਦੇ ਨਾਲ ਆਮ ਦੁਕਾਨਦਾਰਾਂ ਤੇ ਲੋਕਲ ਵਾਸੀਆਂ ਤੇ ਬਹੁਤ ਵੱਡਾ ਅਸਰ ਆ। ਤਾਂ ਅਸੀਂ ਇਹਦੇ ਨਾਲ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਇਕੱਲੇ ਕਿਸਾਨ ਦਾ ਅੰਦੋਲਨ ਨਹੀਂ, ਇਹ ਜਨ ਅੰਦੋਲਨ ਆ, ਸਾਰੇ ਵਰਗ ਨੂੰ ਖਤਮ ਕਰਦਾ। ਤਾਂ ਕਰਕੇ ਅਸੀਂ ਅੱਜ ਇਹਨਾਂ ਦਾ ਵਿਰੋਧ ਕਰ ਰਹੇ ਹਾਂ। ਤੁਸੀਂ ਜੀਓ ਤੇ ਰਿਲਾਇੰਸ ਜਿਹੜਾ ਟਾਵਰ ਹੈ ਉਹਨਾਂ ਨੂੰ ਬੰਦ ਕਰਵਾਉਣ ਦੀ ਵੀ ਗੱਲ ਕਹਿ ਰਹੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆਉਣਗੀਆਂ, ਬੱਚਿਆਂ ਦੇ ਪੇਪਰ ਆਉਣ ਵਾਲੇ ਹੈ, ਤਾਂ ਇਹਦੇ ਵਿੱਚ ਤੁਸੀਂ ਕੀ ਸੋਚ ਕੇ ਉਹਨਾਂ ਨੂੰ ਬੰਦ ਕਰਵਾਉਣ ਵਾਸਤੇ ਸੋਚ ਰਹੇ ਹੋ ਜਾਂ ਤੁਸੀਂ ਜਨਤਾ ਦਾ ਭਲਾ ਵਾਸਤੇ ਵੀ ਸੋਚ ਰਹੇ ਹੋ? ਜੀ, ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਬੰਦ ਕਰਨ ਦਾ ਕੋਈ ਪਲਾਨ ਨਹੀਂ। ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹੀ ਫੈਸਲਾ ਲਿਆ ਗਿਆ। ਅਸੀਂ ਆਪਦੀਆਂ ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਅਭਿਆਨ ਚਲਾਵਾਂਗੇ, ਉਹਨਾਂ ਦਾ ਪ੍ਰਚਾਰ ਕਰਾਂਗੇ। ਜਿਹੜੀਆਂ ਸਿੰਮਾਂ ਉਹ ਜੀਓ ਤੋਂ ਹੋਰ ਨੈਟਵਰਕ ਦੇ ਵਿੱਚ ਪੋਰਟ ਕੀਤੀਆਂ ਜਾਣ। ਜਿਵੇਂ ਕਿ ਹੁਣ ਕੱਲ੍ਹ ਇਹਨਾਂ ਨੂੰ ਦੇਖੋ ਫਰਕ ਤਾਂ ਪਿਆ, ਇਹਨਾਂ ਨੇ ਪੋਰਟ ਕਰਨੀਆਂ ਸਿੰਮਾਂ ਬੰਦ ਕਰਤੀਆਂ ਕੱਲ੍ਹ ਤੋਂ। ਉਹਦੇ 'ਤੇ ਵੀ ਜੋ ਲੀਗਲ ਐਕਸ਼ਨ ਅਸੀਂ ਉਹ ਲਵਾਂਗੇ। ਅਤੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਨੈਟਵਰਕ ਨਹੀਂ ਹੈਗਾ, ਸਾਡੇ ਹੀ ਕਈ ਵੀਰ ਭਰਾ ਜਿਹੜੇ ਇੰਟਰਨੈਸ਼ਨਲ ਕਲਾਸਾਂ ਵੀ ਲਾਉਂਦੇ ਆ, ਅਸੀਂ ਉਹਨਾਂ ਦਾ ਵੀ ਖਿਆਲ ਰੱਖਾਂਗੇ। ਇਸ ਨੈਟਵਰਕ ਨੂੰ ਅਸੀਂ ਬੰਦ ਨਹੀਂ ਕਰਵਾਵਾਂਗੇ। ਪੋਰਟ ਕਰਵਾ ਕੇ ਆਰਥਿਕ ਨੁਕਸਾਨ ਇਹਨਾਂ ਦਾ ਕਰਨਾ। ਜੇ ਅਗਰ ਕੋਈ ਜਿਹੜੇ ਵੀਰ ਭਰਾ ਸਾਡੇ ਇਹਨਾਂ ਦੀਆਂ ਤਾਰਾਂ ਵੱਢੀ ਜਾਂਦੇ, ਅਸੀਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ, ਅਗਰ ਇਹਨਾਂ ਦੇ ਟਾਵਰ ਚੱਲਣਗੇ, ਇਹਨਾਂ ਨੂੰ ਕਰਮਚਾਰੀਆਂ ਦੇ ਵੀ ਖਰਚੇ ਪੈਣਗੇ, ਟਾਵਰ ਚਲਾਉਣ ਦੇ ਵੀ ਖਰਚੇ ਪੈਣਗੇ, ਤਾਂ ਆਪਾਂ ਆਰਥਿਕ ਰੂਪ ਨਾਲ ਇਹਨਾਂ ਨੂੰ ਕਮਜ਼ੋਰ ਕਰਨਾ, ਨਾ ਕਿ ਆਪਾਂ ਇਹੋ ਜਿਹੀ ਕੋਈ ਹਰਕਤ ਕਰਨੀ ਹੈ ਵੀ ਆਪਾਂ ਇਹਨਾਂ ਦੀਆਂ ਤਾਰਾਂ ਵੱਢਤੀਆਂ ਜਾਂ ਇਹਨਾਂ ਦੇ ਜਨਰੇਟਰ ਚੱਕ ਲਏ। ਤਾਂ ਇੱਕ ਪਲਾਨ ਤਰੀਕੇ ਨਾਲ ਇਹ ਅਭਿਆਨ ਚਲਾਇਆ ਜਾਊਗਾ। ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਾਂਗੇ ਇਹਦੇ ਬਾਰੇ। ਮੋਦੀ ਸਰਕਾਰ ਨੇ ਜਿਵੇਂ ਕਿ ਕਿਹਾ ਕਿ ਉਹ ਤੁਹਾਡੇ ਨਾਲ ਮਨ ਦੀ ਬਾਤ ਕਰਕੇ ਬਹੁਤ ਸਾਰੇ ਤੁਹਾਨੂੰ ਸੁਝਾਅ ਦੇਣਾ ਚਾਹ ਰਹੇ ਨੇ, ਤੇ ਮਤਲਬ ਤੁਸੀਂ ਉਹਨਾਂ ਤੋਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਤੁਹਾਨੂੰ ਉਹਨਾਂ ਦੇ ਪ੍ਰਸਤਾਵ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਮੰਨੋਗੇ, ਸੁਣੋਗੇ, ਸਮਝੋਗੇ, ਜਾਂ ਫਿਰ ਤੁਸੀਂ ਜਿਹੜੀ ਤੁਹਾਡੀ ਇਹ ਨੀਤੀ ਹੈ ਉਹ ਇਸੇ ਤਰ੍ਹਾਂ ਚੱਲਦੀ ਰਹੂਗੀ ਜਿਸ ਤਰ੍ਹਾਂ ਤੁਸੀਂ ਚਲਾਉਣੀ ਹੈ? ਇਹਦੇ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ। ਜਿਹੜਾ ਉਹਨਾਂ ਦੀ ਡਰਾਫਟਿੰਗ ਕਮੇਟੀ ਨੇ ਸਾਡੇ ਕੋਲੇ ਲੈਟਰ ਭੇਜੇ ਸੀ, ਉਹਦੇ ਵਿੱਚ ਇਹਨੂੰ ਇਸ ਤਰ੍ਹਾਂ ਤੋੜ ਮਰੋੜ ਕੇ ਉਹ ਪੇਸ਼ ਕਰਦੇ ਆ ਕਿ ਅਸੀਂ ਅਮੈਂਡਮੈਂਟ ਲਈ ਕਹਿ ਰਹੇ ਹੋਈਏ। ਸਾਡੀਆਂ ਜਥੇਬੰਦੀਆਂ ਤਾਂ ਇਹਨਾਂ ਨੂੰ ਮੁੱਢੋਂ ਰੱਦ ਕਰਨ ਲਈ ਕਹਿ ਰਹੀਆਂ, ਤਾਂ ਅਸੀਂ ਗੱਲ ਕਰਨ ਨੂੰ ਹਰ ਵਕਤ ਤਿਆਰ ਹਾਂ, ਪਰ ਉਹ ਸਹੀ ਲਾਈਨ 'ਤੇ ਆਉਣ। ਅੱਜ ਵੀ ਵਾਰਤਾ ਚੱਲ ਰਹੀ ਆ, ਸਾਨੂੰ ਵੱਡੀ ਉਮੀਦ ਆ ਕਿ ਅੱਜ ਇਹਦਾ ਕੋਈ ਸਿੱਟਾ ਨਿਕਲੂਗਾ। ਅਗਰ ਨਹੀਂ ਸਿੱਟਾ ਨਿਕਲਦਾ ਤਾਂ ਇਹਦੇ ਅੰਜਾਮ ਸਰਕਾਰ ਨੂੰ ਭੁਗਤਣੇ ਪੈਣਗੇ। ਜਿਵੇਂ ਕਿ ਤੁਸੀਂ ਦੇਖਿਆ ਸੀ ਐਸਪੀ ਸਿੰਘ ਮਸੀਤਾ ਜੋ ਕਿ ਹਰਿਆਣਾ ਕਿਸਾਨ ਏਕਤਾ ਦੇ ਮੁੱਖ ਸਦੱਸਿਆ ਨੇ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਹੈ ਕਿ ਜੇ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਸਿਰੇ ਨਹੀਂ ਚੜ੍ਹਦੀ ਹੈ ਤਾਂ ਉਹ ਐਸੀ ਤਰ੍ਹਾਂ ਆਪਣੇ ਜਿਹੜੇ ਜੋ ਅੰਦੋਲਨ ਚੱਲ ਰਿਹਾ ਉਹਨਾਂ ਦਾ ਉਹ ਐਸੀ ਤਰ੍ਹਾਂ ਚੱਲਦਾ ਰਹੂਗਾ, ਜ਼ੋਰਾਂ ਸ਼ੋਰਾਂ ਨਾਲ ਚੱਲਦਾ ਰਹੂਗਾ, ਤੇ ਕਿਸਾਨ ਜਿਹੜੇ ਆਪਣੀ ਜ਼ਿੱਦ ਉੱਤੇ ਅੜੇ ਰਹਿਣਗੇ। ਉਹਨਾਂ ਨੂੰ ਨਾ ਤਾਂ ਸਰਦੀ ਦੀ ਪਰਵਾਹ ਹੈ, ਉਹਨਾਂ ਨੇ ਸਿਰਫ ਜਿਹੜੇ ਆਪਣੇ ਹੱਕਾਂ ਨੂੰ ਮਨਵਾਉਣਾ ਹੈ। ਜਿਵੇਂ ਕਿ ਆਓ ਤੁਸੀਂ ਸਾਡੇ ਨਾਲ, ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਬੰਦ ਕੀਤਾ ਹੋਇਆ ਉਹਨਾਂ ਨੇ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਸਿਰਫ ਔਰ ਸਿਰਫ ਕਿਸਾਨ ਹੀ ਨਹੀਂ, ਜਿਹੜੀ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨੇ ਜਾਂ ਫਿਰ ਇੱਕ ਲੇਡੀ ਜੇ ਤੁਸੀਂ ਦੇਖ ਸਕਦੇ ਹੋ ਉਹ ਵੀ ਇਹਨਾਂ ਦੇ ਨਾਲ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨੇ। ਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। नमस्कार मैम। नमस्ते जी। ਤੁਹਾਡਾ ਨਾਮ? मेरा नाम सुमित्रा है जी, मैं स्वास्थ्य विभाग से हूँ, जिला प्रधान हूँ मैं।
तो मैं इन किसानों के साथ हूँ, इनका समर्थन करते हैं अपने पूरी स्वास्थ्य टीम के साथ। तो ये जो जियो और रिलायंस का ये टावर और जो मॉल वगैरह बंद करने की बात कह रहे हैं, ये एकदम सही कह रहे हैं, हम इनके साथ हैं क्योंकि इनका प्रभाव सब पे पड़ रहा है। तो ये मोदी जी ने जो हमारा देश बेचकर हमें जो नीचता के राह पे ला दिया है, तो हम उसका बहिष्कार करते हैं। और मैं प्रत्येक जनता से ये आह्वान करती हूँ और उनसे रिक्वेस्ट करती हूँ कि ये जो ईवीएम मशीन है, वोटिंग मशीन है, इसका भी बहिष्कार कर दो, क्योंकि जब तक ये मशीन है तब तक मोदी सरकार आएगी, इसको रोक नहीं सकते। चाहे पूरी भारत की जनता एक साइड हो जाए, लेकिन मोदी सरकार फिर से आएगी। हम इस चीज़ का बहिष्कार करते हैं कि ईवीएम मशीन है जो इसका बहिष्कार करो। अब जैसे इलेक्शन का दौर अब नया आ रहा है, तो ये मैं जनता से अपील करती हूँ कि वो इस मशीन को रद्द कर दे, कि हम ये वोट नहीं करेंगे। जब तक ये नहीं होगा तब तक हम कुछ नहीं कर सकते। पूरा संसार, पूरा भारत इस लड़ाई में कूद पड़ा है, लेकिन मोदी सरकार टस से मस नहीं हो रही, क्योंकि उन्होंने हमारे देश को बेच दिया है और वो खा चुका है। वो मन की बात में ये कहते हैं कि मैं देश नहीं बिकने दूंगा, लेकिन वो खुद ही देश बेच के खा गया है। प्रत्येक प्रॉपर्टी खा गया जो हमारे बुजुर्गों ने, हमारे सैनिकों ने, हमारे देश के नागरिक ने बनाई थी, आज उसका इन्होंने सत्यानाश कर दिया है। तो हम मोदी सरकार को ये चेतावनी देते हैं कि वो इस चीज़ को नज़रअंदाज ना करे कि हम कुछ कर नहीं सकते, लेकिन जब अगर जनता कूद पड़ती है तो ऐसी सरकारें कुछ नहीं कर पाती। धन्यवाद। जैसे कि मैम आप जानते हैं कि हरियाणा और पंजाब ये दोनों एक भाई हैं, और पंजाब आज इस खतरे के अंदर है, तो हरियाणा जो है वो उसके भाई की तरह किस तरह से उनकी सहायता कर रहा है? जैसे मतलब कि अगर पंजाब और हरियाणा अगर एक भाई है, तो फिर भी हम उनके साथ हैं। वो हमारी हेल्प कर रहे हैं तो हम भी उनकी हेल्प करेंगे। अगर हमसे ना हो सका तो हम उनकी लड़ाई में, अगर हमारी जानें भी जाती हैं तो हम जान देने के लिए तैयार हैं। भाई को भाई के खून की ज़रूरत है तो हम खून देंगे। वहाँ पे जो शहीद हुए हैं 40, उनको मैं श्रद्धांजलि देती हूँ, लेकिन मैं ये कहती हूँ कि उनकी जो शहादत है वो व्यर्थ नहीं जाएगी। इसके अंदर हम अपना तन मन धन लगा देंगे और मोदी सरकार को झुकना ही पड़ेगा। ये लड़ाई अंत तक जाएगी, अब हम पीछे हटने वालों में से नहीं है। जैसे कि मैम आपके पैर पर इस तरह से चोट आई हुई है, जैसे प्लास्टर किया हुआ है, हम देख सकते हैं, तो इतनी सर्दी हो चुकी है जहाँ पर लोग अपने घरों के अंदर हैं और इतनी ठंड है, सारा किसान जो बाहर, आप इस तरह से हैं, तो आपको किसी तरह की तकलीफ? दर्द इतना नहीं है जो हमारे किसान का, हमारे देश का है। वो जो बुजुर्ग वहाँ बैठे हैं वो मर चुके हैं, लेकिन हम अभी जिंदा हैं। अगर हमारी मौत भी होती है तो हम अपने आप को खुशनसीब समझेंगे। ये टूटी लात का कोई मुझे गम नहीं है। मैं जहाँ तक जाना चाहूँगी मैं जा सकती हूँ। मेरे में इतना हौसला है कि मेरे के अंदर उन किसानों का और उन शहीदों का मेरे अंदर खून है। मैं उस खून को सलाम करती हूँ। देखिए, जैसे हमने अभी मैम से बात की है और इनके पैर पर इस तरह से चोट लगी हुई है, लेकिन फिर भी इनके जो हौसले हैं वो बहुत बुलंद है। ये कह रहे हैं कि मुझे अपने दर्द की कोई परवाह नहीं की है, ये सिर्फ जो किसानों के मन में इस वक्त दर्द है, जो उनके आने वाला जो भविष्य है, जो खतरे के अंदर है, लेकिन मोदी सरकार को उसकी कोई परवाह नहीं है। तो ये कह रही है कि हम अपने जो उन्होंने जो फैसला लिया है, जो ये धरना है, उसे वो रद्द नहीं करेंगे जब तक मोदी सरकार इसके ऊपर आवश्यक कदम नहीं उठाती या फिर इन कानून को रद्द नहीं करती। कि तुसी देख रहे हो कि सिर्फ किसान ਇੱਥੇ ਧਰਨਾ ਲਗਾ ਕੇ ਪ੍ਰਦਰਸ਼ਨ ਨਹੀਂ ਕਰ ਰਹੇ ਹੈ, ਜਿਵੇਂ ਕਿ ਇੱਥੇ ਬਾਬਾ ਨਾਨਕ ਦੀ ਹੱਟੀ ਵਾਲੇ ਨੇ, ਉਹਨਾਂ ਨੇ ਇੱਧਰ ਆਏ ਹੋਏ ਜਿਹੜੇ ਕਿਸਾਨ ਹੈ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ ਤੇ ਤੁਸੀਂ ਵੇਖ ਸਕਦੇ ਹੋ ਇੱਥੇ ਚਾਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਤੁਸੀਂ ਅੱਗੇ ਆਓ, ਕੈਮਰਾਮੈਨ ਨੂੰ ਮੈਂ ਗੁਜ਼ਾਰਿਸ਼ ਕਰੂੰਗੀ ਕਿ ਉਹ ਅੱਗੇ ਆਉਣ, ਵੇਖਣ ਕਿਸ ਤਰ੍ਹਾਂ ਉਹਨਾਂ ਵਾਸਤੇ ਚਾਹ ਬਣਾਈ ਗਈ ਹੈ। ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਇਸ ਲੰਗਰ ਦਾ ਜਿਹੜਾ ਪ੍ਰਬੰਧ ਕੀਤਾ ਹੈ, ਤੇ ਆਪਾਂ ਗੱਲਬਾਤ ਕਰਦੇ ਹਾਂ। ਨਮਸਕਾਰ ਸਰ ਤੁਹਾਡਾ ਨਾਮ? ਗੁਰਮਿੰਦਰ ਸਿੰਘ ਜੀ। ਜਿਵੇਂ ਕਿ ਸਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਤੁਸੀਂ ਚਾਹ ਦਾ ਪ੍ਰਬੰਧ ਕਰ ਰਹੇ ਹੋ, ਕਦੋਂ ਤੋਂ ਤੁਸੀਂ ਕਰ ਰਹੇ ਹੋ ਪ੍ਰਬੰਧ? ਇਹ ਸਾਨੂੰ ਸੇਵਾ ਚੱਲਦੀ ਨੂੰ ਬਾਬੇ ਨਾਨਕ ਦੀ ਹੱਟੀ ਨੂੰ ਤਾਂ 3 ਸਾਲ ਹੋ ਗਏ ਜੀ ਪੂਰੇ। ਅਸੀਂ 70 ਪਰਿਵਾਰਾਂ ਨੂੰ ਆਏ ਮਹੀਨੇ ਰਾਸ਼ਨ ਦਿੰਦੇ ਆ ਫ੍ਰੀ, ਆਏ ਮਹੀਨੇ ਜਿਹੜਾ ਤੇ ਅਸੀਂ ਹੁਣ ਜਿੱਥੇ ਵੀ ਹੁਣ ਪ੍ਰੋਗਰਾਮ ਚੱਲਦਾ ਕਿਸਾਨ ਵਿਰੋਧੀ ਜਿਹੜਾ ਹੈਗਾ ਉੱਥੇ ਅਸੀਂ ਲੰਗਰ ਲਾਉਣੇ ਆ ਤੇ ਨਾਲੇ ਚਾਹ। ਹੁਣ ਲੰਗਰ ਸਾਡਾ ਗੁਰਦੁਆਰਾ ਸਾਹਿਬ ਤਿਆਰ ਹੋਈ ਜਾਂਦਾ ਤੇ ਲੰਗਰ ਵੀ ਲੈ ਕੇ ਆਵਾਂਗੇ ਜੀ ਹੁਣ। ਮਤਲਬ ਤੁਸੀਂ ਇੱਥੇ ਚਾਹ ਸਭ ਤੋਂ ਪਹਿਲਾਂ ਚਾਹ ਵਰਤਾਓਗੇ, ਉਸ ਤੋਂ ਬਾਅਦ ਤੁਸੀਂ ਲੰਗਰ ਦੀ ਸੇਵਾ ਕਰੋ? ਹਾਂਜੀ, ਪਹਿਲਾਂ ਚਾਹ ਵਰਤਾਵਾਂਗੇ ਜੀ, ਉਸ ਤੋਂ ਬਾਅਦ ਲੰਗਰ ਤਿਆਰ ਹੋ ਜਾਊਗਾ, ਫਿਰ ਸਾਰਿਆਂ ਨੂੰ ਲੰਗਰ ਛਕਾਵਾਂਗੇ ਜੀ। ਜਿਵੇਂ ਕਿ ਇਹ ਜਿਹੜਾ ਅੰਦੋਲਨ ਹੈ ਇਹ ਤੇਜ਼ੀ ਪਕੜਦਾ ਜਾ ਰਿਹਾ ਹੈ, ਮੋਦੀ ਸਰਕਾਰ ਨੇ ਹਲੇ ਤੱਕ ਕਿਸੇ ਤਰ੍ਹਾਂ ਦੇ ਕੋਈ ਵੀ ਕਾਨੂੰਨਾਂ ਨੂੰ ਰੱਦ ਕਰਨ ਦਾ ਸੁਝਾਅ ਦੀ ਗੱਲ ਨਹੀਂ ਕਹੀ ਹੈ। ਤੁਸੀਂ ਸੇਵਾ ਕਰ ਰਹੇ ਹੋ, ਨਾਲ ਨਾਲ ਤੁਹਾਨੂੰ ਕਾਨੂੰਨਾਂ ਬਾਰੇ ਵੀ ਪਤਾ ਹੋਵੇਗਾ, ਤਾਂ ਤੁਸੀਂ ਸਾਨੂੰ ਦੱਸੋਗੇ ਵੀ ਇਹ ਜਿਹੜੀ ਸੇਵਾ ਹੈ ਉਦੋਂ ਤੱਕ ਚੱਲਦੀ ਰਹੂਗੀ ਜਦੋਂ ਤੱਕ ਮੋਦੀ ਸਰਕਾਰ ਆਪਣੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ? ਦੇਖੋ, ਗੁਰੂ ਘਰ ਦੀ ਗੁਰੂ ਨਾਨਕ ਦੇਵ ਜੀ ਨੇ ਸੇਵਾ ਚਲਾਈ ਹੈ ਜੀ ਸਾਹਿਬ ਨੇ, ਇਹ ਤਾਂ ਉਦੋਂ 50 ਸਾਲਾਂ ਤੋਂ ਚੱਲਦੀ ਆਈ ਹੈ ਤੇ ਚੱਲਦੀ ਰਹਿਣੀ ਹੈ ਜੀ। ਇਹ ਤਾਂ ਭਾਵੇਂ ਅੱਜ ਬੰਦ ਹੋ ਜਾਏ, ਪਹਿਲੀ ਗੱਲ ਤਾਂ ਜਿੱਤਾਂਗੇ ਜੀ ਆਪਾਂ। ਇਹ ਤਾਂ ਉਹਨੂੰ ਮੰਨਣਾ ਹੀ ਪੈਣਾ ਮੋਦੀ ਨੂੰ, ਕਿਉਂਕਿ ਇੰਨੇ ਕਿਸਾਨ ਬੇਵਕੂਫ ਤਾਂ ਹੈ ਨਹੀਂ ਜਿਹੜੇ ਵੀ ਜਿਹਨੂੰ ਨਾ ਇੰਨਾ ਪਤਾ। ਸਾਰਿਆਂ ਨੂੰ ਪਤਾ ਜੀ ਹੁਣ ਤਾਂ
ਇਹ ਜਿਹੜਾ ਗਲਤ ਹੈ ਕਾਨੂੰਨ 'ਤੇ ਨਹੀਂ, ਇਹ ਤਾਂ ਹੁਣ ਜਿੱਤਣਾ ਹੀ ਜਿੱਤਣਾ ਹੈ। ਜਿੰਨਾ ਚਿਰ ਚੱਲੂ ਚੱਲੂ ਉਹਨਾਂ ਚਿਰ ਅਸੀਂ ਸੇਵਾ ਨਾਲ ਚਲਾਵਾਂਗੇ ਜੀ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਹੋਰ ਸੇਵਾਦਾਰ ਵੀ ਆਪਣੇ ਨਾਲ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਨਮਸਕਾਰ, ਤੁਹਾਡਾ ਨਾਮ? ਵਿਪਨ ਕੁਮਾਰ। ਜਿਹੜੀ ਤੁਸੀਂ ਇਹ ਸੇਵਾ ਕਰ ਰਹੇ ਹੋ ਕਿੰਨੇ ਟਾਈਮ ਤੋਂ ਕਰ ਰਹੇ ਹੋ? ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਿਵੇਂ ਇੱਥੇ ਬੰਦ ਕੀਤਾ ਗਿਆ, ਬਹੁਤ ਸਾਰੇ ਕਿਸਾਨ ਇੱਧਰ ਆਏ ਹੋਏ ਨੇ? ਇਹ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਵਿਪਤਾ ਆਉਂਦੀ ਹੈ ਉਦੋਂ ਹੀ ਸਾਡੇ ਜਿਹੜੇ ਬਾਬੇ ਨਾਨਕ ਦੀ ਹੱਟੀ ਦੇ ਜਿੰਨੇ ਪ੍ਰਬੰਧਕ ਜਿੰਨੇ ਮੈਂਬਰ ਹੈਗੇ ਆ ਸਾਰੇ ਰਲ ਕੇ ਸੇਵਾ ਕਰਦੇ ਆ ਤੇ ਅੱਗੇ ਆਉਂਦੇ ਆ। ਹਮੇਸ਼ਾ ਹੀ ਜਦੋਂ ਵੀ ਭੀੜ ਪੈਂਦੀ ਹੈ ਅਸੀਂ ਅੱਗੇ ਆਉਂਦੇ ਹੀ ਆਉਂਦੇ ਆ। ਸਾਡਾ ਲਕਸ਼ ਇੱਕੋ ਹੀ ਹੈ ਵੀ ਅਸੀਂ ਲੋਕਾਂ ਦੇ ਨਾਲ ਸਹਿਯੋਗ ਦੇ ਕੇ ਖੜੇ ਹੋਣਾ ਬਰਾਬਰ ਤੇ ਆਪਦੀ ਸੇਵਾ ਜਾਰੀ ਰੱਖਣੀ ਹੈ। ਜਦੋਂ ਤੱਕ ਅੰਦੋਲਨ ਚੱਲੂਗਾ ਉਦੋਂ ਤੱਕ ਅਸੀਂ ਸੇਵਾ ਕਰਦੇ ਰਵਾਂਗੇ। ਅਸੀਂ ਪਿੱਛੇ ਹਟਣ ਵਾਲੇ ਨਹੀਂ ਆ, ਨਾ ਹੀ ਸਾਡਾ ਅੰਦੋਲਨ ਪਿੱਛੇ ਹਟਣ ਵਾਲਾ ਹੈ। ਪਰਮਾਤਮਾ ਕਰੇ ਤੇ ਸਾਡੀ ਜਿੱਤ ਹੋਣੀ ਹੈ। ਬਾਬੇ ਨਾਨਕ ਦੀ ਮਿਹਰ ਨਾਲ ਅਸੀਂ ਜਿੱਤਾਂਗੇ ਔਰ ਬਿਲਕੁਲ ਜਿੱਤਾਂਗੇ। ਬਾਤ ਕਰਦੇ ਆ ਸੰਜੇ ਮਿੱਡਾ ਜੀ ਦੇ ਨਾਲ, ਜਿਹੜੇ ਕਿ ਇੱਕ ਕਿਸਾਨ ਵੀ ਨੇ ਤੇ ਨਾਲ ਆੜਤੀਏ ਵੀ ਨੇ। ਮੋਦੀ ਸਰਕਾਰ ਦੁਆਰਾ ਜਿਹੜੇ 3 ਕਾਨੂੰਨ ਬਣਾਏ ਗਏ ਨੇ ਉਹਦੇ ਵਿੱਚ ਸਿਰਫ ਕਿਸਾਨਾਂ ਨੂੰ ਨਹੀਂ ਆੜਤੀਆਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੂੰ ਆਉਣ ਵਾਲੇ ਜਿਹੜੇ ਭਵਿੱਖ ਦੀ ਕਿਸ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਆਣਗੀਆਂ ਜਾਂ ਫਿਰ ਕੀ ਕੁਛ ਹੈ ਉਹ ਆਪਾਂ ਉਹਨਾਂ ਤੋਂ ਗੱਲਬਾਤ ਕਰਦੇ ਹਾਂ। ਨਮਸਕਾਰ ਸਰ। ਨਮਸਕਾਰ ਜੀ। ਮੋਦੀ ਸਰਕਾਰ ਨੇ ਜਿਹੜੇ 3 ਕਾਨੂੰਨ ਬਣਾਏ ਆ, ਤੁਸੀਂ ਇੱਕ ਕਿਸਾਨ ਵੀ ਹੋ ਤੇ ਇੱਕ ਆੜਤੀ ਵੀ ਹੋ, ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਆਉਣ ਵਾਲੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਤੁਸੀਂ ਇਹਦੇ ਬਾਰੇ ਕੁਝ ਦੱਸੋਗੇ? ਜੀ ਬਿਲਕੁਲ ਦੱਸੂਗਾ। ਸਭ ਤੋਂ ਪਹਿਲਾਂ ਤਾਂ ਮੈਂ ਨਮਨ ਕਰਨਾ ਚਾਹੂੰਗਾ ਸਾਡੇ 40 ਤੋਂ ਵੱਧ ਕਿਸਾਨਾਂ ਨੂੰ ਜਿਹੜੇ ਇਸ ਅੰਦੋਲਨ 'ਚ ਸ਼ਹੀਦ ਹੋ ਚੁੱਕੇ ਆ ਹੁਣ ਤੱਕ ਇਸ ਜਗਚਾਵ ਦੀ ਹੋਤੀ ਪਾਉਂਦੇ ਹੋਏ। ਉਸ ਤੋਂ ਬਾਅਦ ਮੈਂ ਇੱਕ ਆੜਤੀ ਹੋਣ ਦੇ ਨਾਤੇ, ਕਿਸਾਨ ਹੋਣ ਦੇ ਨਾਤੇ ਇਸ ਅੰਦੋਲਨ ਦਾ ਪੁਰਜ਼ੋਰ ਸਮਰਥਨ ਕਰਦਾ, ਕਿਉਂਕਿ ਇਹ ਲੜਾਈ ਸਿਰਫ ਕਿਸਾਨੀ ਤੇ MSP ਦੀ ਹੀ ਨਹੀਂ ਹੈ। ਇਹ ਲੜਾਈ ਮੰਡੀ ਬਚਾਉਣ ਦੀ ਲੜਾਈ ਹੈ, ਕਿਉਂਕਿ ਅਗਰ ਕਿਸਾਨੀ ਰਹੂਗੀ, MSP ਰਹੂਗੀ, ਤਦ ਹੀ ਇਹ ਮੰਡੀ ਕਾਇਮ ਰਹੂਗੀ। ਇਸ ਮੰਡੀ ਦੇ ਆੜਤੀਏ ਵੀ ਕਾਇਮ ਰਹਿਣਗੇ, ਇਸ ਮੰਡੀ ਦਾ ਮਜ਼ਦੂਰ ਵੀ ਕਾਇਮ ਰਹਿਣਗੇ, ਮੁਨੀਮ ਵੀ ਕਾਇਮ ਰਹਿਣਗੇ ਤੇ ਹੋਰ ਬਹੁਤ ਸਾਰੇ ਰੁਜ਼ਗਾਰ ਕਾਇਮ ਰਹਿਣਗੇ ਜੋ ਕਿ ਇੰਨੇ ਕਾਲਾ ਕਾਨੂੰਨਾਂ ਨੇ ਖਤਮ ਕਰਨ ਦਾ ਕੰਮ ਕਰਨਗੇ ਇਹ ਜੀ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ ਕਿਸਾਨਾਂ ਨੂੰ ਹੀ ਨੁਕਸਾਨ ਨਹੀਂ ਹੈ, ਮੰਡੀ ਦੇ ਜਿਹੜੇ ਆੜਤੀਏ ਨੇ ਉਹਨਾਂ ਨੂੰ ਵੀ। ਮੈਂ ਤੁਹਾਡੇ ਮੰਚ ਤੋਂ ਇੱਕ ਅਪੀਲ ਵੀ ਕਰਨਾ ਚਾਹੂੰਗਾ ਮੇਰੇ ਦੁਕਾਨਦਾਰ ਭਰਾਵਾਂ ਨੂੰ, ਮੇਰੇ ਵਪਾਰੀ ਭਰਾਵਾਂ ਨੂੰ ਵੀ। ਦਰਅਸਲ ਇਹ ਜਿਹੜੇ ਕਾਲੇ ਕਾਨੂੰਨ ਹੈਗੇ ਕਿਸਾਨ ਨੂੰ ਤਾਂ ਪਰੋਕਸ਼ ਰੂਪ 'ਚ ਪ੍ਰਭਾਵਿਤ ਕਰਨਗੇ। ਇਹ ਅਪਰੋਕਸ਼ ਰੂਪ ਜ਼ਿਆਦਾ ਪ੍ਰਭਾਵਿਤ ਦੁਕਾਨਦਾਰ ਤੇ ਵਪਾਰੀ ਵਰਗ ਨੂੰ ਵੀ ਕਰਨਗੇ। ਕਿਉਂ ਸਮਝੋ ਤੁਸੀਂ, ਜਿਹੜਾ ਇੱਕ ਜੀਓ ਮਾਰਟ ਖੁੱਲ ਗਿਆ ਇਹ ਕਰਿਆਨੇ ਵਾਲੀ 1000 ਦੁਕਾਨਾਂ ਨੂੰ ਖਾਊਗਾ। ਜਿਹੜਾ ਇੱਕ ਤੁਹਾਡਾ ਟ੍ਰੈਂਡਸ ਖੁੱਲ ਗਿਆ ਇਹ ਰੈਡੀਮੇਡ ਦੀ 100 ਦੁਕਾਨਾਂ ਨੂੰ ਖਾਊਗਾ। ਜਿਹੜਾ ਇੱਕ ਈਜ਼ੀ ਡੇ, ਇੱਕ ਬਿਗ ਬਾਜ਼ਾਰ ਜੋ ਕਿ ਰਿਲਾਇੰਸ ਖਰੀਦ ਕਰ ਚੁੱਕੀ ਹੈ, ਈਜ਼ੀ ਡੇ ਤੇ ਰਿਲਾਇੰਸ ਆਪਣੇ ਬਿਗ ਬਾਜ਼ਾਰ ਨੂੰ ਵੀ ਰਿਲਾਇੰਸ ਨੇ ਖਰੀਦ ਕਰ ਚੁੱਕੀ ਹੈ, ਇਹ ਵੀ ਰੁਜ਼ਗਾਰ ਖਾਣ ਦੇ ਕੰਮ ਕਰੂਗਾ। ਇਹ ਵੀ ਮਤਲਬ ਆਪਣੇ ਦੁਕਾਨਦਾਰ ਤੇ ਵਪਾਰੀ ਭਰਾਵਾਂ ਦਾ ਅਹਿਤ ਹੀ ਕਰੂਗਾ। ਤਾਂ ਕਰਕੇ ਮੈਂ ਅਪੀਲ ਕਰਦਾ ਮੇਰੇ ਮੰਡੀ ਦੇ ਮੇਰੇ ਵਪਾਰੀ ਭਰਾਵਾਂ ਨੂੰ, ਆੜਤੀਆਂ ਨੂੰ, ਇੱਕ ਦੁਕਾਨਦਾਰ ਨੂੰ, ਉਹ ਆ ਕੇ ਨਾ ਸਿਰਫ ਕਿਸਾਨ ਦੀ ਲੜਾਈ ਲੜਨ ਬਲਕਿ ਆਪਦੀ ਲੜਾਈ ਵੀ ਇੱਥੇ ਆ ਕੇ ਲੜਨ ਤੇ ਜਨ ਅੰਦੋਲਨ ਦਾ ਰੂਪ ਦੇ ਕੇ ਇਸ ਅੰਦੋਲਨ ਨੂੰ ਕਾਮਯਾਬ ਕਰਨ। ਜਿਵੇਂ ਕਿ ਜੋ ਆਹ ਕੰਪਨੀਆਂ ਨੇ ਇਹ ਛੋਟੇ ਜਿਹੜੇ ਵਪਾਰੀ ਨੇ ਜਾਂ ਫਿਰ ਛੋਟੇ ਦੁਕਾਨਦਾਰ ਹੈ ਉਹਨਾਂ ਦੇ ਕੰਮ ਨੂੰ ਵੀ ਖਤਮ ਕਰ ਦੇਣਗੀਆਂ। ਇਹਨਾਂ ਦਾ ਕਹਿਣਾ ਵੀ ਇੱਕ ਹਿਸਾਬ ਨਾਲ ਸੂਤਰਾਂ ਦੇ ਅਨੁਸਾਰ ਸਾਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਨੁਕਸਾਨ ਹੋਇਆ ਹੈ। ਤਾਂ ਉਹ ਆਣ ਤੇ ਇਹ ਜਿਹੜਾ ਇਹਨਾਂ ਨੇ ਧਰਨਾ ਲਗਾਇਆ ਗਿਆ ਹੈ ਜਾਂ ਫਿਰ ਜੋ ਆਹ ਅੰਦੋਲਨ ਚੱਲ ਰਿਹਾ ਉਹਦਾ ਪੂਰਾ ਜ਼ੋਰ ਸਮਰਥਨ ਕਰਨਾ, ਆਪਣੇ ਜਿਹੜੇ ਕਾਨੂੰਨ ਹੈ ਉਹਨਾਂ ਦੇ ਪ੍ਰਤੀ ਜਾਗਰੂਕ ਹੋਣ। ਆਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਛੋਟੂ ਰਾਮ सहारन तो, जो कि एक किसान भी ने। नमस्कार सर। नमस्कार मैडम। जैसे कि आप जानते हैं सर कि जो सरकार के द्वारा ये 3 काले कानून जो लगाए गए हैं सिर्फ किसानों के लिए नहीं, जो आड़तीए हैं या फिर जो छोटे दुकानदार हैं, इन जियो रिलायंस की जो कंपनियां हैं इन्होंने अपने बड़े मॉल खोलकर उनकी जो दुकानदारी है उसे ख़त्म कर दिया है। इसके बारे में आप क्या कहना चाहेंगे? मैडम ये अकेला किसानों का नहीं, ये इसमें गरीब मजदूर का भी नुकसान है। सबसे पहले मंडी की लेबर का कारोबार ख़त्म होगा, वो बेरोज़गार होंगे। किसान ख़त्म होते जो किसानों से जुड़े हुए मजदूर हैं उनका भी नुकसान हो जाएगा। जब हमारे खेत ही नहीं रहेंगे, हमारी खेतों में फसलें ही नहीं होंगी तो हम उनको मजदूरी कहाँ से देंगे। जब किसान और मजदूर और व्यापारी का कारोबार ख़त्म हो जाएगा तो ऑटोमेटिक दुकानदारों का तो नुकसान होना ही है। बड़े मॉल खोलेंगे, ये छोटी दुकानदारों को प्रभावित करेंगे, तो इसका नुकसान सभी को होगा, अकेला किसानों का नहीं है जी। इस तरह से जो दुकानों को सील किया गया है, इन्हें बंद किया गया है, तो इसका क्या कारण हो सकता है कि ये कब तक बंद रहेंगी या फिर क्यों किया गया है इन्हें बंद? इससे क्या फ़ायदा होगा? इससे हमारा काम है इनको अंबानी अडानी को आर्थिक इनका बहिष्कार करना। ये सील हमें तो जब तक हमारा हक नहीं मिलता हम तब तक इनका विरोध प्रदर्शन करते रहेंगे। हमारा हक मिल जाएगा, हमें कोई दिक्कत नहीं है, क्योंकि ये बड़े घराने सभी को, बड़े मगरमच्छ हैं, ये सभी को अपनी चपेट में ले रहे हैं जी और सबका नुकसान कर रहे हैं।
हमें तो हमारा हक मिलने तक हमने शांतिपूर्ण इनका बहिष्कार करना ही करना है। वेरी गुड मॉर्निंग। मैं सर्व कर्मचारी से ब्लॉक प्रधान सुभाष चंद्र। आज जो किसानों का ये जो ट्रेंड्स और जो एजी डे बंद करने का था, इसमें सीआईटी और सर्व कर्मचारी संघ ने इनका समर्थन करने का ऐलान किया हुआ है। पूरे प्रदेश के अंदर आज सर्व कर्मचारी संघ और सीआईटी की टीम ने जहाँ भी किसानों के धरने चल रहे हैं, चाहे वो टोल प्लाजा पर है या जो ये शॉपिंग मॉल्स हैं अंबानी और अडानी के, उन पर जो किसानों का धरना है वहाँ पर सर्व कर्मचारी और सीआईटी की टीमें उनके साथ कंधे से कंधा मिलाकर चल रही हैं। इनका जो मुख्य जो हमारा उद्देश्य है, ये जो 3 काले कानून हैं इनको सरकार रद्द करे और इसके साथ साथ जो बिजली बिल कानून 2020 सरकार लेकर आई है या नई शिक्षा नीति लेकर आ रही है, ये इसका भी सीधा सीधा असर ये है कि जो बिजली के जो कारपोरेट घरानों को देने का सरकार का एजेंडा है और जो शिक्षा नीति है उसके तहत जो हमारे स्कूल हैं जो आम आदमी ने खून पसीने की कमाई से खड़े किए हैं, उसको भी सरकार है वो ये जो कारपोरेट घराने हैं उनको बेचना चाहती है। इसलिए हमारी सरकार से सीधी मांग है कि ये जो पब्लिक सेक्टर हैं इनको बचाना ज़रूरी है ताकि देश आगे बढ़े। इनको सरकार जो ये पूंजीपति हैं इन दलालों को ना बेचे। हम सरकार से सीधी सीधी मांग करना चाहते हैं कि किसानों के जो विरोध ये 3 काले कानून हैं इनको रद्द किया जाए और इसके साथ साथ जो नई शिक्षा नीति है और बिजली बिल कानून 2020 है उसको भी रद्द किया जाए और जो रेलवे या अन्य जो सरकारी विभाग हैं इनको जो बेचने का काम सरकार ने किया है इनको तुरंत प्रभाव से रद्द करके प्राइवेट सेक्टर को बढ़ाया जाए और जितनी कर्मचारियों की वहाँ आवश्यकता है संख्या के अनुसार उनमें कर्मचारियों के पद भी भरे जाएं। धन्यवाद। जैसे कि हमने यहाँ पर सबसे बातचीत की है। हाँ जी, नमस्कार मैम। नमस्कार जी। आपका नाम? मेरा नाम वीरो रानी है। मैं आंगनवाड़ी वर्कर हेल्पर यूनियन की जिले की उप प्रधान हूँ और हम जो हमारी आईसीडी स्कीम है 2 अक्टूबर से लागू 75 में लागू हुई थी, तो 40-42 साल हो गए सरकार ने हमारा महिलाओं का शोषण किया है। तो हमारा जो ऑल इंडिया का जो हमारी यूनियन है सर्व कर्मचारी C2 से संबंधित है, तो हमारा जो ऑल इंडिया का आह्वान है कि हम तमाम जितनी भी महिलाएं हैं आंगनवाड़ी वर्कर हेल्पर और हम जो ये किसान हैं हमारे जो हमारी रोजी रोटी के दाता हैं, हम इनके साथ पूरे जोर शोर से इनके साथ हैं और आने वाले जनवरी 21 में हम लगातार जो हमारे जिले वाइज कमेटियां दिल्ली जा रही हैं। अब हमारे जो हरियाणा की जो आंगनवाड़ी की जिले की कमेटियां हैं रोहतक, पानीपत, पलवल और फरीदाबाद, वो 31 को सिद्धू बॉर्डर पर पहुंच रहे हैं। तो हम जो हमारी जो जिले की कल को हमारी जिले की कमेटी है और उसके बाद जनवरी में हम लगातार हम संघर्ष पर रहेंगे जब तक हम 3 लागू सरकार वापस नहीं ले लेती तब तक हम सरकार के साथ रहेंगे। ਗੱਲਬਾਤ ਕਰਨ ਚੱਲੇ ਆ ਗੁਰਪ੍ਰੇਮ ਜੀ ਦੇ ਨਾਲ ਜੋ ਕਿ ਇਸ ਟਾਈਮ ਐਸ ਜੋ ਇਹਨਾਂ ਦਾ ਆਹ ਕ੍ਰਾਂਤੀ ਚੱਲ ਰਹੀ ਹੈ ਜੋ ਕਿ ਇੱਥੇ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਵਾਸਤੇ ਹੈ। ਨਮਸਕਾਰ ਸਰ। नमस्कार जी। ਜੋ ਇਹ 3 ਕਾਲੇ ਕਾਨੂੰਨ ਸਰਕਾਰ ਦੁਆਰਾ ਜਿਹੜੇ ਪਾਸ ਕੀਤੇ ਗਏ ਨੇ ਇਹਦੇ ਨਾਲ ਇਕੱਲੇ ਕਿਸਾਨ ਹੀ ਨਹੀਂ ਬਹੁਤ ਸਾਰੇ ਜਿਹੜੇ ਛੋਟੇ ਵਪਾਰੀ ਹੈ ਜਿਵੇਂ ਕਿ ਆੜਤੀਏ ਹੈ, ਮੁਨੀਮ ਹੈ, ਇਸ ਤਰ੍ਹਾਂ ਦੀ ਮੰਡੀਆਂ ਖਤਮ ਹੋ ਜਾਣਗੀਆਂ। ਤੁਸੀਂ ਉਹਦੇ ਬਾਰੇ ਦੱਸਣਾ ਚਾਹੋਗੇ ਕਿਸ ਤਰ੍ਹਾਂ ਦੀ ਜਿਹੜੀ ਇਹ ਤਰਾਸਦੀ ਆਉਣ ਵਾਲੀ ਹੈ ਜਾਂ ਕਿਸ ਤਰ੍ਹਾਂ ਦਾ ਅੱਗੇ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਖਰਾਬ ਹੋ ਜਾਏਗਾ? ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ। ਉਸ ਤੋਂ ਬਾਅਦ ਸਾਡੇ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਜਿਹੜੇ ਇੱਥੇ ਸਾਡੇ ਸੱਦੇ ਤੇ ਪਹੁੰਚੇ ਹੈ। ਇਹ ਜਿਹੜੀ ਮੋਦੀ ਦੀ ਸਰਕਾਰ ਹੈ ਇਹ ਤਾਨਾਸ਼ਾਹੀ ਸਰਕਾਰ ਹੈ। ਇਹਨੇ ਸਾਰਾ ਕੁਝ ਅਬਾਨੀਆਂ ਅਡਾਨੀਆਂ 5-4 ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਵੇਚਣ ਦਾ ਹੀ ਠੇਕਾ ਲੈ ਰੱਖਿਆ ਕਿ ਸਾਰਾ ਭਾਰਤ ਚੱਕ ਕੇ ਉਹਨਾਂ ਨੂੰ ਅਸੀਂ ਦੇ ਦਈਏ। ਤੇ ਆ ਸਾਡਾ ਰਹਿੰਦਾ ਖੁੰਦਾ ਜਿਹੜੀ ਕਿਸਾਨੀ ਜ਼ਮੀਨ ਸੀ ਉਹ ਵੀ ਮੋਦੀ ਸਰਕਾਰ ਨੇ ਅਬਾਨੀਆਂ ਅਡਾਨੀਆਂ ਨੂੰ ਦੇਣ ਦਾ ਫੈਸਲਾ ਕਰ ਲਿਆ। ਬਾਕੀ ਜਿੱਥੋਂ ਤੱਕ ਮਕਸਦ ਹੈ ਕਿ ਇਕੱਲੀ ਕਿਸਾਨੀ ਦੀ ਲੜਾਈ ਨਹੀਂ, ਇਹ ਲੜਾਈ ਹੁਣ ਹਰ ਵਰਗ ਦੀ ਹੈ। ਹਰੇਕ ਦੁਕਾਨਦਾਰ ਹੈ, ਮਜ਼ਦੂਰ ਹੈ, ਕੋਈ ਵੀ ਆੜ੍ਹਤੀ ਹੈ, ਹਰੇਕ ਤਾਂ ਕੰਮ ਬੰਦ ਹੋ ਜਾਣਾ ਹੈ ਕਿਉਂਕਿ ਜਦੋਂ ਇਹਨਾਂ ਨੇ ਸਰਕਾਰੀ ਖਰੀਦ ਹੀ ਬੰਦ ਕਰਤੀ, ਮੰਡੀਆਂ ਖਤਮ ਹੋ ਗਈਆਂ, ਉਦੋਂ ਬਾਅਦ ਪ੍ਰਾਈਵੇਟ ਖਰੀਦ 'ਚ ਆਪਦੀ ਮਰਜ਼ੀ ਨਾਲ ਖਰੀਦਿਆ ਕਰਨਗੇ ਤੇ ਵੇਚਣ ਵੇਲੇ ਵੀ ਆਪਦੀ ਮਰਜ਼ੀ ਨਾਲ ਵੇਚਿਆ ਕਰਨਗੇ। ਆਪਦੇ ਰੇਟ ਨਾਲ ਵੇਚਣਾ ਇਹਨਾਂ ਨੇ ਤੇ ਲੈਣਾ ਸਸਤਾ ਹੈ, ਵੇਚਣਾ ਮਹਿੰਗਾ ਹੈ। ਜਿਹੜੇ ਵੀ ਆਪਾਂ ਹੁਣ ਮੰਨ ਲਈਏ ਵੀ ਹਰੇਕ ਘਰੇ ਚੁੱਲ੍ਹਾ ਬਲਦਾ ਹੈ, ਚੁੱਲ੍ਹਾ ਬਾਲਣ ਖਾਤਰ ਹਰੇਕ ਚੀਜ਼ ਆਪਾਂ ਨੂੰ ਮੁੱਲ ਲੈਣੀ ਪੈਂਦੀ ਹੈ ਤੇ ਕਿਸਾਨ ਦਾ ਇਕੱਲੇ ਦਾ ਨਹੀਂ, ਇਹ ਚੁੱਲ੍ਹਾ ਤਾਂ ਹਰੇਕ ਦੇ ਘਰੇ ਬਾਲਣਾ ਤੇ ਹਰੇਕ ਦੇ ਚੁੱਲ੍ਹੇ 'ਤੇ ਅਸਰ ਪੈਣਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਹਰੇਕ ਚੀਜ਼ ਜਦੋਂ ਮੁੱਲ ਲਵਾਂਗੇ ਆਪਾਂ ਤੇ ਕਣਕ 'ਤੇ ਲਾ ਲਓ, ਕਣਕ ਲੈਣੀ ਇਹਨਾਂ ਨੇ 15-16 ਰੁਪਏ ਤੇ ਆਟਾ ਵੇਚਣਾ ਇਹਨਾਂ ਨੇ 100-150 ਰੁਪਏ ਹੈ। 100-150 ਰੁਪਏ ਆਟਾ ਲੈ ਕੇ ਕਿੱਥੋਂ ਖਾ ਲੂ? ਹੁਣ ਗਰੀਬ ਬੰਦਾ ਹੈ, ਉਹਦੇ ਬੱਚੇ ਪੜ੍ਹਦੇ ਸੀ ਸਰਕਾਰੀ ਸਕੂਲਾਂ 'ਚ, ਸਰਕਾਰੀ ਸਕੂਲ ਵੀ ਇਹਨਾਂ ਨੇ ਪ੍ਰਾਈਵੇਟ ਕਰਤੇ।
ਉੱਥੇ ਵੀ ਮਾਰ ਪਊਗੀ ਗਰੀਬ ਬੰਦੇ ਨੂੰ। ਜਾਂ ਜਿਵੇਂ ਉਹਨਾਂ ਨੂੰ BPL ਕਾਰਡ ਤੇ ਆਟਾ ਮਿਲਦਾ ਸੀ, ਉਹ 35 ਕਿਲੋ ਆਟਾ ਮਿਲਦਾ ਸੀ ਮਹੀਨੇ ਦਾ, ਤੇ ਹੁਣ ਇਹ 70 ਰੁਪਏ ਦੇ ਰਹੇ ਆ। 70 ਰੁਪਈਆਂ 'ਚ 2 ਕਿਲੋ ਆਟਾ ਵੀ ਨਹੀਂ ਮਿਲਣਾ। ਉਹਨਾਂ ਤੇ ਬਹੁਤ ਵੱਡੀ ਭਾਰੀ ਮਾਰ ਪੈਣੀ ਹੈ। ਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਹਰੇਕ ਵਰਗ ਤੇ ਮਾਰ ਪੈਣੀ ਹੈ। ਵੱਧ ਤੋਂ ਵੱਧ ਕਿਸਾਨ ਅੰਦੋਲਨ ਦੇ ਵਿੱਚ ਸਾਥ ਦਿਓ ਤੇ ਵੱਡੀ ਗਿਣਤੀ ਦੇ ਵਿੱਚ ਉਪਰਾਲਾ ਕਰਕੇ ਆਪਾਂ ਇਹਨਾਂ ਨੂੰ ਅਵਾਨੀਆਂ ਅਡਾਨੀਆਂ ਨੂੰ ਜਿਹੜਾ ਆਪਣੇ ਤੇ ਧੱਕੇ ਨਾਲ ਆਪਾਂ ਨੂੰ ਜ਼ਮੀਨਾਂ ਖੋਹਣ ਲਈ ਹੋ ਰਿਹਾ ਹੈ, ਤੇ ਆਪਾਂ ਇਹ ਜ਼ਮੀਨਾਂ ਬਚਾ ਸਕੀਏ ਇਹਨਾਂ ਤੋਂ ਜੀ। ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ ਇੱਕ ਵਰਗ ਨਹੀਂ, ਇਹ ਜਿਹੜਾ ਕਾਨੂੰਨ ਹੈ ਸਾਰੇ ਵਰਗਾਂ ਨੂੰ ਪ੍ਰਭਾਵਿਤ ਕਰੇਗਾ। ਐਸੇ ਲਈ ਸਿਰਫ ਕੱਲੇ ਕਿਸਾਨਾਂ ਦੀ ਹੀ ਇੱਥੇ ਲੜਾਈ ਨਹੀਂ ਹੈ, ਸਾਰੇ ਵਰਗਾਂ ਦੀ लड़ाई है। वो बढ़ चढ़ के किसानों का साथ दें। जिस तरह से मालूम पड़ा है कि जो बिहार है वहाँ पर किसानों के ऊपर लाठीचार्ज किया गया है, जिसके अंदर अधिकतर महिलाएं किसान थी जिन पर इस तरह से लाठीचार्ज किया गया है। तो एक तरफ तो जो है मोदी सरकार कहती है कि बेटी पढ़ाओ बेटी बचाओ, दूसरी तरफ इस तरह से जो उन्होंने लाठीचार्ज किया है उनके ऊपर इस तरह के आघात किए गए हैं, इसके बारे में आपका क्या कहना है? मैं आपसे यही कहना चाहती हूँ कि ये जो मोदी सरकार है ये अपनी गंदी नीतियों पे उतर पड़ी है। इनको अब मतलब कि हर तरीके से किसान आंदोलन को कुचल के और जनता को नीचता की राह पे लेके आ रहे हैं कि जनता भड़क जाए। तो ये जो लाठीचार्ज का मसला है एक वही मेन मुद्दा है, लेकिन हम बहिष्कार करते हैं क्योंकि अगर देश की नारी है तो सब कुछ है। जब झांसी की रानी ने देश अंग्रेजों से छीन के हमारे देश को आज़ाद किया तो हम महिलाएं इतनी कमज़ोर नहीं हैं। मोदी सरकार इसलिए ऐसे कर रहे हैं क्योंकि उनकी ना तो बेटी है उनकी ना वाइफ है, क्योंकि ये जो रंडों की सरकार है इनके अंदर पावर तो है नहीं। अब ये गुंडागर्दी पे उतर चुके हैं। हम इनका पूरे कड़ी जोर निंदा करते हैं कि ये जो काम वो कर रहे हैं मोदी सरकार से मैं ये बोल दूंगी कि ये बहुत गलत है। अगर जनता भड़क गई तो मोदी सरकार को भागने के लिए खेत का रास्ता भी नजर नहीं आएगा, क्योंकि जब अंग्रेजों को खड़ाया था तो सारी जनता एक हो चुकी थी। तो ये काला अंग्रेज है, पहले गोरे अंग्रेज थे और ये काला अंग्रेज है। इसने हमारे देश को जो नीचता की और गिरी हुई हरकत कर रहे हैं, वो मार कुटाई कर रहे हैं या महिलाओं के साथ दुर्व्यवहार हो रहा है। मोदी सरकार ये सिर्फ एक नीति चला के चल रहे हैं कि एक तरफ तो जनता को गुमराह किया जा रहा है कि बेटी पढ़ाओ बेटी को ऐसे करो, ये नीतियां लेके आओ, लेकिन ये बीच बीच में एक काली मतलब कि चाल चल रहे हैं कि इस तरीके से इनका आंदोलन है जो रद्द हो जाए, छोटा हो जाए तो हम इनको कुचल दें। लेकिन ये मोदी सरकार पूरे वहम में है कि ऐसा कुछ नहीं हो पा रहा, क्योंकि अगर एक औरत के लगती है तो 1000 औरतें और खड़ी हो जाएंगी। कितनी जनता को मारोगे? और जब औरत को गुस्सा आ गया तो चंडी रूट बरकरार करके कुछ भी कर सकते हैं राक्षसों का संहार करने के लिए। अब औरतें उतर पड़ी हैं तो मोदी सरकार को मैं चेता देना चाहती हूँ कि इस वहम में ना रहें कि वो औरतों पे अगर लाठीचार्ज करवाते हो तो वो चुप रहेंगी। अगर एक औरत खड़ी हो गई तो मोदी सरकार यहाँ टिक नहीं पाएगी, ये मैं उनको बोल देना चाहती हूँ। जैसे कि आप जानते हैं कि इनका कहना है कि जो औरत है उसने रणचंडी का रूप धारण कर लिया है, कि अगर इस तरह से उन्होंने इनके ऊपर किसी तरह की कोई लाठीचार्ज किया है या किसी तरह की प्रताड़ना की जाती है तो जो औरत है वो रणचंडी का रूप धारण करके अपना रूप दिखाएगी। किसान मजदूर एकता जिंदाबाद जिंदाबाद जिंदाबाद, साडा भाईचारा जिंदाबाद जिंदाबाद जिंदाबाद, साडा एकता जिंदाबाद जिंदाबाद जिंदाबाद, हरियाणा सरकार मुर्दाबाद मुर्दाबाद मुर्दाबाद, हरियाणा सरकार होश में आओ होश में आओ होश में आओ, होश में आकर बात करो बात करो बात करो, बात तो आपको करनी होगी लुटाएंगे पिटाएंगे अच्छे वीर नहीं डरते तेरी कुर्सी को, रोटी रोटी देना सके जो वो सरकार निकम्मी है, रोटी रोटी देना सके जो वो सरकार निकम्मी है, इंकलाब जिंदाबाद जिंदाबाद जिंदाबाद, CITU सर्व कर्मचारी संघ हरियाणा अंबानी मुर्दाबाद वहीं पढ़ के ही बोल दो। मुर्दाबाद मुर्दाबाद मुर्दाबाद
जैसे कि आप देख सकते हैं कि यहाँ पर किस तरह से धरना प्रदर्शन चल रहा है। सब लोग जो है नारे लगाकर अपना जो विरोध है उसे जाहिर करते हैं। अब हम बात करते हैं CITU सर्व कर्मचारी संघ, इनसे हम बातचीत करते हैं। नमस्कार मैम, आपका नाम? मेरा नाम राजरानी है। मिड डे मील यूनियन की हरियाणा स्टेट कमेटी की उप प्रधान और जिला सचिव और C2 की भी जिले की उप प्रधान हूँ। तो आज जो हम इकट्ठे हुए हैं, ये इन 3 काले कानूनों को लेके हम इकट्ठे हुए हैं। ये 3 काले कानून ये किसानों को पर मार नहीं है, ये आम जनता पर मार है। ये सारी जनता को पता लग चुका है कि अगर ज़मीन ना रहेगी, ये किसानी ना रहेगी, तो जो चाहे कोई मजदूर है, चाहे कोई कर्मचारी है, चाहे कोई किसान है, चाहे कोई भी आम तबका है, इस किसानी अगर ना बचेगी तो हम भी नहीं बचेंगे। ये हमारे जो काम धंधे हम कर रहे हैं, चाहे कोई आंगनवाड़ी कर रहे हैं, इसमें भी राशन हमारा जो है, अगर ये किसान अपनी फसल पैदा करते थे, सरकार ये राशन खरीदती थी तो आंगनवाड़ियों तक पहुंचता था, और सरकारी स्कूलों में बच्चों को जब खाना बना के देते थे, ये भी सरकार जो है राशन ये भेजती थी। तो ये डिपू पे जो BPL परिवार हैं, उनको भी राशन जो है ये सरकार ही भेजती थी। अब जो सरकार क्या करने जा रही है, ये पूंजीपति हैं, अंडानी अंबानी हैं, ये कारपोरेट घराने हैं, जो किसानों की हमारी जो ज़मीन है ये उनको देने पे जा रही है। MSP ख़त्म कर रही है। कहाँ पर तो सरकार कह देती है MSP रहेगा, पर MSP कैसे हम मान लें? यहाँ तो सरकार जो है लिखित रूप में जो लिख के 2-3 काले कानून जो है उनको वापस करे, फिर तो ये हम माने। अगर सरकार ऐसा नहीं करती, ये आंदोलन जो है, ये आंदोलन बहुत बड़ा आगे जो है आंदोलन बन के आम जनता जो है, सारी जनता, चाहे यूपी है, चाहे आंध्र प्रदेश है, चाहे बिहार है, चाहे राजस्थान है, तो जितने भी स्टेट हैं, ये सारा देश जो है इसमें जो है कूद पड़ा है। तो ये आंदोलन है, इसको हम 3 काले कानून हैं, इसको हम रद्द करा के छोड़ेंगे। ऐसे चुप बैठने वाले नहीं हैं। तो ये इस मोदी सरकार को, इस कट्टर पट्टर को भी हम कहते हैं कि अभी भी समय है, अभी भी ये हमारे जो दिल्ली में किसान भाई देखो, छोटे बच्चे बहनें बुजुर्ग दिल्ली में इतनी कड़कती ठंड में, ये ठंड में मर रहे हैं। तो ये जो मोदी सरकार है, कहीं जाके यूपी में बात करती है, तो कहीं जाके आगे और देशों में जा बात करती है। तो जो किसान है ना, वो इनको सड़कों पे बैठे दिल्ली में जो हैं नहीं दिख रहे। तो इन्हीं किसानों ने, जो जनता आज दिल्ली में बैठी है, इन्हीं ने वोट डाल डाल के इनको सत्ता में लेके आए थे। अगर ये सत्ता में इनको लेके आए थे, कुर्सी पे इनको बिठाया था, तो ये आज जो दिल्ली में जनता बैठी है, तो इनको कुर्सी पे हम बिठाने वाले भी हैं, तो कुर्सी से हम इनको उतारने वाले भी हैं। तो अब भी मोदी सरकार से कह रहे हैं कि मान जा, नहीं तो फिर जो है तेरी बारी अब आने वाली है, तेरे चप्पलें भी नहीं तेरे पैर में होगी, तो कैसे सत्ता से भागेगा। तो ये कह रही है कि हम अपने जो उन्होंने जो फैसला लिया है, जो ये धरना है, उसे वो रद्द नहीं करेंगे जब तक मोदी सरकार इसके ऊपर आवश्यक कदम नहीं उठाती या फिर इन कानून को रद्द नहीं करती। इसी तरह की ताज़ा तरीन खबरों, पल पल की जानकारी को जानने के लिए हमारे चैनल के साथ जुड़े रहें। डावाली केसरी, मैं उर्वशी, कैमरामैन बलकर्ण सिंह के साथ।